मैं कई बार देखदा कि हुण सिख गुरुद्वारिਆਂ ਦੇ ਵਿੱਚ ਕਿਸੇ ਦਾ ਦਾਖਲਾ ਮਮਨੂ ਨਹੀਂ ਹੈ, ਕੋਈ ਵੀ ਆ ਸਕਦਾ। ਪਰ ਕਈ ਐਸੇ ਧਰਮ ਹੈ ਜਿਨ੍ਹਾਂ ਦੇ ਵਿੱਚ ਜੇ ਤੁਸੀਂ ਉਸ ਧਰਮ ਨੂੰ ਨਹੀਂ ਮੰਨਦੇ ਤੁਸੀਂ ਉਹਦੇ ਵਿੱਚ ਨਹੀਂ ਜਾ ਸਕਦੇ। ਜਿੱਦਾਂ ਹੁਣ ਆਪਣੇ ਮੰਦਰਾਂ ਦੇ ਵਿੱਚ ਵੀ ਇਹੀ ਸੀਗਾ। ਆ ਹੁਣ ਥੋੜਾ ਜਿਹਾ ਲਾਅ ਵਗੈਰਾ ਬਣ ਕਰਕੇ ਥੋੜਾ ਜਿਹਾ ਹੋਇਆ, ਨਹੀਂ ਖਾਸ ਜਾਤੀ ਦੇ ਲੋਕਾਂ ਦੇ ਲਈ ਮਨੇ ਸੀ। ਤਾਂ ਜਿੱਥੇ ਤੱਕ ਮੈਨੂੰ ਪਤਾ ਇਸਲਾਮ ਦੇ ਵਿੱਚ ਵੀ ਜਿਹੜਾ ਗੈਰ ਇਸਲਾਮ ਬੰਦਾ, ਗੈਰ ਮੁਸਲਮਾਨ ਹੈ, ਉਹ ਜਾ ਨਹੀਂ ਸਕਦਾ ਮਸਜਿਦ ਦੇ ਵਿੱਚ। ਸੋ ਇੱਦਾਂ ਉਹਨਾਂ ਧਰਮਾਂ ਨੇ ਖਾਸ ਤੌਰ ਤੇ ਬੰਨ੍ਹ ਦਿੱਤਾ। ਇੱਥੋਂ ਇਹ ਨਾ ਲਿਆ ਜਾਵੇ ਵੀ ਮੈਂ ਕਿਸੇ ਦਾ ਖੰਡਨ ਕਰ ਰਿਹਾ, ਜੋ ਇੱਕ ਇਤਿਹਾਸਕ ਸੱਚਾਈ ਹੈ ਉਹ ਮੈਂ ਦੱਸ ਰਿਹਾ। ਪਰ ਸਿੱਖੀਜ਼ਮ ਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ। ਉਸ ਸਮੇਂ 500 ਸਾਲ ਪਹਿਲਾਂ ਹੀ ਜਿਸ ਵੇਲੇ ਹਰਮੰਦਰ ਸਾਹਿਬ ਬਣੇ ਤਾਂ ਉਹਦੇ ਚਾਰੇ ਦਰਵਾਜ਼ੇ ਰੱਖ ਦਿੱਤੇ ਵੀ ਸਾਰਿਆਂ ਲਈ ਖੁੱਲੇ। ਹੁਣ ਗੁਰੂ ਸਾਹਿਬ ਨੇ ਤੁਸੀਂ ਦੇਖੋ ਉਸ ਸਮੇਂ ਦਾ ਜਿਹੜਾ ਸਮਾਜ ਸੀਗਾ ਉਹਦਾ ਇੱਕ ਸਭ ਤੋਂ ਇੰਪੋਰਟੈਂਟ ਪਿਲਰ ਜਿਹੜਾ ਸੀ ਉਹ ਕਾਸਟ ਸਿਸਟਮ ਸੀਗਾ। ਗੁਰੂ ਸਾਹਿਬ ਨੇ ਕਾਸਟ ਸਿਸਟਮ ਦੇ ਵਿੱਚ ਕੋਈ ਰਿਫਾਰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕੰਪਲੀਟਲੀ ਅਬੋਲਿਸ਼। ਦੂਜਾ ਪਿਲਰ ਜਿਹੜਾ ਖੜਾ ਸੀ ਉਹ ਸੀਗਾ ਦੇਵੀ ਦੇਵਤਿਆਂ ਦੀ ਪੂਜਾ। ਉਹ ਦੇਵੀ ਦੇਵਤਿਆਂ ਦੀ ਪੂਜਾ ਦੇ ਵਿੱਚ ਉਹਨੇ ਇਹ ਨਹੀਂ ਕਿਹਾ ਵੀ ਤੁਸੀਂ ਵੀ ਆਹ ਪੂਜਾ ਐਂ ਗਲਤ ਕਰਦੇ, ਇਸ ਦੇਵਤੇ ਦੀ ਕਰੋ, ਇਹਦੀ ਨਾ ਕਰੋ। ਕੰਪਲੀਟਲੀ ਦੇਵੀ ਦੇਵਤੇ ਉਹਦੇ ਵਿੱਚੋਂ ਜਿਹੜੇ ਹੈਗੇ ਆ ਉਹ ਕੱਢੇ ਗਏ। ਜਿਹੜੇ ਕਰਾਮਾਤਾਂ ਸੀ ਉਹ ਵੀ ਇੱਕ ਬੇਸਿਕ ਪਿਲਰ ਸੀ ਵੀ ਜਦ ਤੱਕ ਤੁਹਾਡਾ ਦੇਵੀ ਦੇਵਤਾ ਜਿਹੜਾ ਹੈ ਉਹ ਕਰਾਮਾਤਾਂ ਹੀ ਨਹੀਂ ਕਰ ਸਕਦਾ ਤਾਂ ਉਹ ਦੇਵਤਾ ਕਾਹਦਾ ਹੋਇਆ। ਸੋ ਸਾਰਿਆਂ ਦੇਵਤਿਆਂ ਦੇ ਨਾਲ ਕਰਾਮਾਤਾਂ ਜੋੜੀਆਂ ਸੀ। ਉਹਨਾਂ ਪਿਲਰਸ ਨੂੰ ਕੰਪਲੀਟਲੀ ਤੋੜ ਕੇ ਉਹਦੀ ਜਗ੍ਹਾ ਇੱਕ ਨਵਾਂ ਰਸਤਾ ਜਿਹੜਾ ਸਾਰਾ ਮਾਨਵਵਾਦੀ ਰਸਤਾ ਸੀ, ਜਿਹਦੇ ਵਿੱਚ ਕੋਈ ਵਹਿਮ ਨਹੀਂ ਹੈ, ਜਿਹਦੇ ਵਿੱਚ ਕੋਈ ਕਰਾਮਾਤਾਂ ਨਹੀਂ ਹੈ, ਜਿਹਦੇ ਵਿੱਚ ਕੋਈ ਚਮਤਕਾਰ ਨਹੀਂ ਹੈ। ਇਨਸਾਨ ਦੇ ਲਈ ਇਸ ਧਰਤੀ ਤੇ ਰਹਿੰਦੇ ਹੋਏ ਜੇ ਜਿੱਦਾਂ ਉਹ ਜ਼ਿੰਦਗੀ ਵਸਾਰ ਸਕਦਾ, ਇੱਕ ਉਹ ਪਰਿਵਾਰਕ ਜ਼ਿੰਦਗੀ ਵਸਾਰਨ ਦਾ ਵਿਚਾਰ ਉਹਨੇ ਰਸਤਾ। ਜਿਹੜੀ ਸ਼ਖਸੀਅਤ ਅਸੀਂ ਜਨਮ ਸਾਖੀਆਂ ਪੜ੍ਹ ਕੇ ਬਣਾਉਂਦੇ ਹਾਂ, ਇੱਕ ਸ਼ਖਸੀਅਤ ਅਸੀਂ ਉਹਨਾਂ ਦੀ ਬਾਣੀ ਪੜ੍ਹ ਕੇ ਬਣਾਉਂਦੇ ਹਾਂ, ਉਹਨਾਂ ਵਿੱਚ ਟਕਰਾਅ ਆ ਜਾਂਦਾ। ਜਨਮ ਸਾਖੀਆਂ ਦੇ ਵਿੱਚ ਔਰ ਬਾਣੀ ਦੇ ਵਿੱਚ ਵਿਰੋਧ ਹੋਵੇ ਉਸ ਵੇਲੇ ਫਿਰ ਸਾਨੂੰ ਬਾਣੀ ਤੇ ਨਿਰਭਰ ਕਰਨਾ ਚਾਹੀਦਾ, ਜਨਮ ਸਾਖੀਆਂ ਤੇ ਨਹੀਂ ਕਰਨਾ ਚਾਹੀਦਾ। ਕਿਉਂਕਿ ਬਾਣੀ ਜਿਹੜੀ ਆ ਉਹ ਸਾਡੇ ਕੋਲ ਗੁਰੂ ਸਾਹਿਬ ਦੀ ਸ਼ੁੱਧ ਬਾਣੀ ਹੈ। ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਆ ਰਿਹਾ ਹੈ। ਇਹ ਗੁਰਪੁਰਬ ਬੜੀ ਧੂਮਧਾਮ ਨਾਲ ਸਾਰੀ ਦੁਨੀਆ 'ਚ ਮਨਾਇਆ ਜਾਂਦਾ ਹੈ। ਪਰ ਅੱਜ ਦੇ ਦਿਨ ਜਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਵਾਲੇ ਦਿਨ ਇਹ ਜਾਣਨਾ ਬੜਾ ਜ਼ਰੂਰੀ ਹੈ ਕਿ ਗੁਰੂ ਨਾਨਕ ਦੇਵ ਜੀ ਕੌਣ ਸੀ। ਇੱਕ ਫਿਲਾਸਫਰ, ਇੱਕ ਕਵੀ, ਇੱਕ ਕਿਰਸਾਨ, ਇੱਕ ਤਰਕਸ਼ੀਲ ਹਸਤੀ ਹੋਣਾ ਔਰ ਉਸ ਜ਼ਮਾਨੇ 'ਚ ਉਹ ਗੱਲਾਂ ਕਰਨੀਆਂ ਜਿਹੜੀਆਂ ਸਧਾਰਨ ਲੋਕ ਨਹੀਂ ਸੀ ਕਰ ਸਕਦੇ। ਪਰ ਕੀ ਉਹਨਾਂ ਨੂੰ ਜਾਣਨ ਲਈ, ਉਹਨਾਂ ਦੀ ਜ਼ਿੰਦਗੀ ਨੂੰ ਜਾਣਨ ਲਈ ਇਹ ਸਾਖੀਆਂ, ਤੋਤੇ, ਕਹਾਣੀਆਂ ਠੀਕ ਨੇ ਜਾਂ ਕਿ ਅਥੈਂਟਿਕ ਸੋਰਸ ਕੀ ਹੈ? ਉਹਨਾਂ ਦੀ ਕਵਿਤਾ, ਉਹਨਾਂ ਦੀ ਬਾਣੀ ਕੀ ਅਥੈਂਟਿਕ ਸੋਰਸ ਹੋ ਸਕਦਾ ਹੈ ਜਾਂ ਕਿ ਜਿਹੜੀਆਂ ਸਾਖੀਆਂ ਸੁਣਾਈਆਂ ਜਾਂਦੀਆਂ ਨੇ ਇਹਨਾਂ ਦੇ ਵਿੱਚੋਂ ਕੁਝ ਲੱਭ ਸਕਦਾ ਹੈ? ਅੱਜ ਪ੍ਰਿੰਸੀਪਲ ਕਸ਼ਮੀਰਾ ਸਿੰਘ ਸਾਡੇ ਨਾਲ ਨੇ ਔਰ ਪ੍ਰੋਫੈਸਰ ਨੇ ਸਾਰੀ ਜ਼ਿੰਦਗੀ ਤਕਰੀਬਨ ਹਿਸਟਰੀ ਪੜ੍ਹੀ, ਸਿੱਖ ਹਿਸਟਰੀ ਪੜ੍ਹਾਈ ਔਰ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦਾ ਫਲਸਫਾ ਕੀ ਸੀ। ਪ੍ਰੋਫੈਸਰ ਜੀ ਆਨ ਥੈਂਕ ਯੂ ਸਿੰਘ ਸਾਹਿਬ। ਕੀ ਵਾਕਈ ਗੁਰੂ ਨਾਨਕ ਦੇਵ ਜੀ ਔਲੀਏ ਸੀ, ਪੀਰ ਸੀ, ਪੈਗੰਬਰ ਸੀ? ਜਿਸ ਤਰ੍ਹਾਂ ਬਾਕੀ ਦੇ ਜੀਸਸ ਕ੍ਰਾਈਸਟ ਕਹਿੰਦੇ ਨੇ ਕਿ ਮੈਂ ਰੱਬ ਦਾ ਪੁੱਤਰ ਹਾਂ, ਕੀ ਗੁਰੂ ਨਾਨਕ ਦੇਵ ਜੀ ਵੀ ਇਸ ਕੈਟਾਗਰੀ 'ਚ ਆਉਂਦੇ? ਤੁਹਾਡੇ ਜਿਹੜੇ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਮੈਂ ਇੱਦਾਂ ਸਮਝਦਾ ਵੀ ਪਹਿਲਾਂ ਇਹ ਆਪਾਂ ਗੱਲ ਸਾਫ਼ ਕਰ ਲਈਏ ਵੀ ਗੁਰੂ ਸਾਹਿਬ ਦੀ ਸ਼ਖਸੀਅਤ ਨੂੰ ਸਮਝਣ ਦੇ ਲਈ ਗੁਰੂ ਸਾਹਿਬ ਦੀ ਬਾਣੀ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਕਿਉਂਕਿ ਸਾਡੇ ਕੋਲ ਜਿਹੜੇ ਗੁਰੂ ਸਾਹਿਬ ਦੀ ਸ਼ਖਸੀਅਤ ਬਾਰੇ ਸੋਰਸਸ ਹੈਗੇ ਉਹ ਇੱਕ ਤਾਂ ਸਾਡੇ ਕੋਲ ਹੈਗੀ ਉਹਨਾਂ ਦੀ ਆਪਣੀ ਰਚੀ ਹੋਈ ਬਾਣੀ ਜਿਹੜੀ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਅੰਕਿਤ ਹੈ। ਦੂਜੀ ਸਾਡੇ ਕੋਲ ਹੈਗੀਆਂ ਜਨਮ ਸਾਖੀਆਂ ਜਿਹੜੀਆਂ ਸਿੱਖ ਸੋਰਸਸ ਦੀ ਮੈਂ ਗੱਲ ਕਰ ਰਿਹਾ। ਹੁਣ ਕਈ ਵਾਰ ਕੀ ਇੱਦਾਂ ਹੁੰਦਾ ਵੀ ਜਿਹੜੀ ਜਨਮ ਸਾਖੀਆਂ ਦੇ ਵਿੱਚ ਜਾਣਕਾਰੀ ਆ ਉਹ ਜਿਹੜੀ ਸ਼ਖਸੀਅਤ ਅਸੀਂ ਜਨਮ ਸਾਖੀਆਂ ਪੜ੍ਹ ਕੇ ਬਣਾਉਂਦੇ ਹਾਂ, ਇੱਕ ਸ਼ਖਸੀਅਤ ਅਸੀਂ ਉਹਨਾਂ ਦੀ ਬਾਣੀ ਪੜ੍ਹ ਕੇ ਬਣਾਉਂਦੇ ਹਾਂ, ਉਹਨਾਂ ਵਿੱਚ ਟਕਰਾਅ ਆ ਜਾਂਦਾ। ਕਿਉਂਕਿ ਜਿਸ ਵੇਲੇ ਅਸੀਂ ਜਨਮ ਸਾਖੀਆਂ ਪੜ੍ਹਦੇ ਹਾਂ ਤਾਂ ਉਹਦੇ ਵਿੱਚ ਚਮਤਕਾਰਾਂ ਦੀ ਗੱਲ, ਕਰਾਮਾਤਾਂ ਦੀ ਗੱਲ ਆਉਂਦੀ ਆ। ਜਿਸ ਵੇਲੇ ਬਾਣੀ ਪੜ੍ਹਦੇ ਹਾਂ ਉਹਦੇ ਵਿੱਚ ਨਿਰੋਲ ਸਪਸ਼ਟ ਇੱਕ ਮਾਨਵਵਾਦੀ ਵਿਚਾਰਧਾਰਾ ਸਾਨੂੰ ਦਿੱਤੀ ਗਈ ਹੈ ਜਿਹੜੀ ਉਸ ਸਮੇਂ ਤੋਂ ਬਹੁਤ ਅੱਗੇ ਦੀ ਵਿਚਾਰਧਾਰਾ ਸਾਨੂੰ ਦਿੱਤੀ ਗਈ ਹੈ। ਤਰਕਸ਼ੀਲ ਗੱਲਾਂ ਆ। ਸੋ ਮੇਰੀ ਇੱਕ ਤਾਂ ਇਹ ਬੇਨਤੀ ਆ ਵੀ ਜਿਹੜੇ ਬੰਦੇ ਵੀ ਇਹਦਾ ਅਧਿਐਨ ਕਰਨਾ ਚਾਹੁੰਦੇ ਆ, ਜਿਸ ਵੇਲੇ ਜਨਮ ਸਾਖੀਆਂ ਦੇ ਵਿੱਚ ਔਰ ਬਾਣੀ ਦੇ ਵਿੱਚ ਵਿਰੋਧ ਹੋਵੇ ਉਸ ਵੇਲੇ ਫਿਰ ਸਾਨੂੰ ਬਾਣੀ ਤੇ ਨਿਰਭਰ ਕਰਨਾ ਚਾਹੀਦਾ, ਜਨਮ ਸਾਖੀਆਂ ਤੇ ਨਹੀਂ ਕਰਨਾ ਚਾਹੀਦਾ। ਕਿਉਂਕਿ ਬਾਣੀ ਜਿਹੜੀ ਆ ਉਹ ਸਾਡੇ ਕੋਲ ਗੁਰੂ ਸਾਹਿਬ ਦੀ ਸ਼ੁੱਧ ਬਾਣੀ ਆ। ਉਹਦੇ ਵਿੱਚ ਜਿਹਨੂੰ ਅੰਗਰੇਜ਼ੀ 'ਚ ਆਪਾਂ ਇੰਟਰਪੋਲੇਸ਼ਨ ਕਹਿੰਦੇ ਆ, ਇੰਟਰਪੋਲੇਸ਼ਨ ਨਹੀਂ ਹੋਈ ਹੋਈ, ਅਥੈਂਟਿਕ ਸੋਰਸ ਹੈ। ਅਥੈਂਟਿਕ ਸੋਰਸ ਆ। ਕਿਉਂਕਿ ਜਿੱਦਾਂ ਪਹਿਲਾਂ ਭਾਰਤੀ ਕਈ ਧਾਰਮਿਕ ਪੁਸਤਕਾਂ ਵਿੱਚ, ਵੇਦਾਂ ਵਿੱਚ ਜਾਂ ਭਗਵਤ ਗੀਤਾ ਦੇ ਵਿੱਚ ਇੰਟਰਪੋਲੇਸ਼ਨ ਬਹੁਤ ਹੋਈ ਆ, ਮਿਕਸਚਰ ਬਹੁਤ ਹੋਇਆ, ਸਾਨੂੰ ਪਤਾ ਹੀ ਨਹੀਂ ਕਿਉਂਕਿ ਸੁਣ ਕੇ ਅੱਗੇ ਆਉਂਦੀ ਰਹੀ ਸੀ। ਇਹ ਗੱਲ ਮੈਂ ਤੁਹਾਡੀ ਮੰਨ ਲਈ ਕਿ ਉਹਨਾਂ ਦਾ ਜਿਹੜਾ ਅਥੈਂਟਿਕ ਸੋਰਸ ਹੈ ਬਾਣੀ ਹੈ, ਪਰ ਕੀ ਉਹ ਪੈਗੰਬਰ ਸੀ, ਔਲੀਏ ਸੀ? ਨਹੀਂ ਥਿੰਨ ਸਾਹਿਬ, ਇੱਦਾਂ ਨਹੀਂ ਹੈ। ਗੁਰੂ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਕਿਤੇ ਵੀ ਇਹ ਕਲੇਮ ਨਹੀਂ ਕੀਤਾ ਹੈਗਾ ਵੀ ਮੇਰਾ ਕੋਈ ਸਪੈਸ਼ਲ ਰਿਸ਼ਤਾ ਹੈਗਾ ਜਾਂ ਮੈਨੂੰ ਪੈਗੰਬਰ ਦੇ ਤੌਰ ਤੇ ਭੇਜਿਆ ਗਿਆ ਹੈਗਾ ਜਾਂ ਮੇਰਾ ਕਿਸੇ ਨੋ, ਕਿਤੇ ਵੀ ਨਹੀਂ ਗਿਆ। ਵੱਧ ਤੋਂ ਵੱਧ ਇੱਥੇ ਤੱਕ ਆ ਉਹ ਨਹੀਂ, ਇਹੀ ਆ ਇੱਕ ਪਿਤਾ ਇੱਕ ਇਸਕੇ ਹਮ ਬਾਰਕ, ਹਮ ਵੀ
ਸਾਰੇ ਹੀ ਆਪਾਂ ਮੁਬਾਰਕ। ਉਹਦੇ ਵਿੱਚ ਵੀ ਉਹਨੇ ਕੋਈ ਸਪੈਸ਼ਲ ਆਪਣੇ ਲਈ ਜਿਹੜਾ ਹੈਗਾ ਸਟੇਟਸ ਨਹੀਂ ਲਿਆ ਵੀ ਮੇਰੇ ਕੋਲ ਕੋਈ ਸਪੈਸ਼ਲ ਸਟੇਟਸ ਹੈਗਾ ਆ ਵੀ ਮੈਨੂੰ ਰੱਬ ਨੇ ਸਪੈਸ਼ਲੀ ਭੇਜਿਆ ਗਿਆ। ਨੋ, ਉਹਨੇ ਤਾਂ ਡਾਊਨ ਟੂ ਦੀ ਅਰਥ ਇਸ ਧਰਤੀ ਦੇ ਪੈਰ ਰੱਖ ਕੇ ਇਸ ਧਰਤੀ ਦੀਆਂ ਗੱਲਾਂ ਕੀਤੀਆਂ ਔਰ ਇਸ ਧਰਤੀ ਦੇ ਲੋਕਾਂ ਦੇ ਲਈ ਸੰਦੇਸ਼ ਦਿੱਤਾ। ਕੋਈ ਡਿਵਾਈਨ ਰਾਈਟ ਜਾਂ ਦੇਵੀ ਰਾਈਟ ਜਿੱਦਾਂ ਇੰਗਲੈਂਡ ਦੇ ਤਾਂ ਬਾਦਸ਼ਾਹ ਵੀ ਕਹਿੰਦੇ ਰਹੇ ਵੀ ਸਾਨੂੰ ਰੱਬ ਨੇ ਭੇਜਿਆ, ਉਹਨੇ ਇੱਦਾਂ ਦਾ ਕਿਤੇ ਵੀ ਕੋਈ ਕਲੇਮ ਨਹੀਂ ਕੀਤਾ ਆਪਣੀ ਬਾਣੀ ਦੇ ਵਿੱਚ ਵੀ ਮੈਂ ਕੋਈ ਸਪੈਸ਼ਲ ਬੰਦਾ ਆ। ਨਾ ਹੀ ਉਹਨੇ ਕਿਤੇ ਆਪਣੀ ਵਿਅਕਤੀਗਤ ਪੂਜਾ ਦੀ ਵੀ ਗੱਲ ਕੀਤੀ ਵੀ ਮੇਰੀ ਤੁਸੀਂ ਪੂਜਾ ਕਰੋ, ਇੱਦਾਂ ਦੀ ਵੀ ਕਿਤੇ ਕੋਈ ਗੱਲ ਨਹੀਂ ਹੈ। ਉਹਨੇ ਇੱਦਾਂ ਹੋ ਗਿਆ ਵੀ ਜਿਹੜੇ ਸਿਧਾਂਤ ਆ ਜਾਂ ਫਲਸਫਾ ਆ ਉਹਦੀ ਉਹਨੇ ਪੂਜਾ ਦੀ ਜ਼ਰੂਰ ਗੱਲ ਕੀਤੀ ਆ ਵੀ ਉਹਨੂੰ ਫੋਲੋ ਕਰਨ ਵਾਲੀ ਗੱਲ ਆ। ਵਿਅਕਤੀਗਤ ਤੌਰ ਤੇ ਉਹਨੇ ਆਪਣੀ ਕਦੇ ਪੂਜਾ ਦੀ ਗੱਲ ਨਹੀਂ ਕੀਤੀ। ਔਰ ਮੈਂ ਜਿਸ ਵੇਲੇ ਉਹਦੀ ਹਿਸਟਰੀ ਪੜ੍ਹਾ ਰਿਹਾ ਹੁੰਦਾ ਸੀ, ਕਈ ਵਾਰ ਇੱਦਾਂ ਦੇ ਮੌਕੇ ਆਉਂਦੇ ਸੀ ਨਾ ਜਿਸ ਵੇਲੇ ਕਿਤੇ ਬਾਲੇ ਨੂੰ ਐਡਰੈਸ ਕਰਦੇ ਆ ਜਾਂ ਮਰਦਾਨੇ ਨੂੰ ਐਡਰੈਸ ਕਰਦੇ ਆ ਤੇ ਉਹਨੂੰ ਵੀ ਉਹ ਇੱਦਾਂ ਹੀ ਐਡਰੈਸ ਕਰਦੇ ਆ ਉਹਨਾਂ ਨੂੰ ਵੀ ਜਿੱਦਾਂ ਉਹਨਾਂ ਦੇ ਸਾਥੀ ਹੁੰਦੇ, ਚੱਲ ਭਾਈ ਬਾਲਿਆ, ਚੱਲ ਬਈ ਮਰਦਾਨਿਆ। ਉਹਦੇ ਵਿੱਚ ਵੀ ਕੋਈ ਉੱਦਾਂ ਸਪੈਸ਼ਲ ਸਟੇਟਸ ਨਹੀਂ ਰਹਿੰਦਾ ਵੀ ਉਹ ਵੀ ਤੁਸੀਂ ਇੱਦਾਂ ਆ ਮੈਨੂੰ ਸਪੈਸ਼ਲ ਭੇਜਿਆ ਗਿਆ, ਗੱਲ ਮੇਰੀ ਸੁਣੋ। ਨੋ, ਇੱਦਾਂ ਦੀ ਕੋਈ ਗੱਲ ਨਹੀਂ ਸੀ ਹੈ। ਡਾਊਨ ਟੂ ਦੀ ਅਰਥ ਇਸ ਧਰਤੀ ਦੇ ਲੋਕਾਂ ਲਈ, ਇਸ ਧਰਤੀ ਤੇ ਖੜੇ ਹੋ ਕੇ, ਇਸ ਧਰਤੀ ਤੇ ਉਹਨਾਂ ਦਾ ਜਨਮ ਹੋਇਆ। ਹਿਸਟੋਰੀਕਲ ਬੰਦੇ ਆ, ਮੈਥੋਲੋਜੀਕਲ ਨਹੀਂ ਹੈ, ਇਤਿਹਾਸਕ ਨਹੀਂ, ਇਤਿਹਾਸਕ ਹੈ। ਸਾਨੂੰ ਪਤਾ ਪਏ 500 ਸਾਲ ਕੁਛ ਪਹਿਲਾਂ ਉਹਨਾਂ ਦਾ ਜਨਮ ਇਸ ਧਰਤੀ ਤੇ ਹੋਇਆ। ਹਿਸਟਰੀ ਦੇ ਮੁਤਾਬਕ ਬੜਾ ਲੰਬਾ ਸਮਾਂ, ਹਿਸਟਰੀ ਦੇ ਮੁਤਾਬਕ ਕੋਈ ਬਹੁਤਾ ਲੰਬਾ ਸਮਾਂ ਨਹੀਂ ਹੈ। ਸੋ ਇਹ ਜੋ ਮੈਂ ਇਹ ਗੱਲ ਕਲੀਅਰ ਕਰਦੇ ਹਾਂ ਵੀ ਗੁਰੂ ਸਾਹਿਬ ਮੇਰੇ ਖਿਆਲ ਦੇ ਵਿੱਚ ਇੱਕੋ ਇੱਕ ਧਾਰਮਿਕ ਬੰਦੇ ਹੈਗੇ ਆ ਜਿਹਨੇ ਇਹ ਕੋਈ ਕਲੇਮ ਨਹੀਂ ਕੀਤਾ ਹੈਗਾ ਵੀ ਮੇਰਾ ਕਿਸੇ ਮੈਨੂੰ ਭੇਜਿਆ ਗਿਆ ਜਾਂ ਮੈਂ ਕਿਤੇ ਨਹੀਂ। ਇੱਥੇ ਦੀਆਂ ਸਮੱਸਿਆਵਾਂ ਨਾਲ ਇੱਥੇ ਦੇ ਲੋਕਾਂ ਦੀ ਨਹੀਂ ਗੱਲ ਕੀਤੀ। ਮੈਂ ਇਸ ਕਰਕੇ ਗੁਰੂ ਨਾਨਕ ਦੇਵ ਜੀ ਫਿਲਾਸਫੀ ਨੂੰ ਜ਼ਿਆਦਾ ਬਿਹਤਰ ਚੰਗਾ ਸਮਝਦਾ ਕਿਉਂਕਿ ਗੱਲ ਉਹਨਾਂ ਨੇ ਤਰਕ ਨਾਲ ਕੀਤੀ ਹੈ। ਜੇ ਉਹਨਾਂ ਨੇ ਕੋਈ ਵਹਿਮ ਦੂਰ ਕਰਨਾ ਚਾਹਿਆ, ਉਹ ਕਹਿੰਦੇ ਮੈਂ ਕਰਤਾਰਪੁਰ ਦੇ ਖੇਤਾਂ ਨੂੰ ਪਾਣੀ ਦੇ ਰਿਹਾ, ਸੂਰਜ ਨੂੰ ਪਾਣੀ ਨਹੀਂ ਪਹੁੰਚ ਸਕਦਾ, ਜਾਂ ਇਹੋ ਜਿਹਾ ਜਿਹੜਾ ਸਧਾਰਨ ਲੌਜਿਕ ਸੀ, ਤਰਕ ਸੀ, ਤੁਸੀਂ ਤਰਕਸ਼ੀਲ ਦੇ ਤੌਰ ਤੇ ਕਿਵੇਂ ਮਹਿਸੂਸ ਕਰਦੇ ਗੁਰੂ ਥਿੰਦ ਸਾਹਿਬ? ਗੁਰੂ ਸਾਹਿਬ, ਤੁਸੀਂ ਇਹ ਗੱਲ ਸਹੀ ਕਹੀ ਹੈ ਕਿ ਗੁਰੂ ਸਾਹਿਬ ਨੇ ਆਪਣੇ ਵਿਚਾਰਾਂ ਨੂੰ ਦੂਜੇ ਬੰਦਿਆਂ ਤੱਕ ਪਹੁੰਚਾਉਣ ਦੇ ਲਈ ਜਿਹੜਾ ਰਸਤਾ ਅਪਣਾਇਆ ਉਹ ਨਹੀਂ ਗੋਸ਼ਟੀ ਦਾ ਰਸਤਾ ਅਪਣਾਇਆ, ਡਿਸਕਸ਼ਨ ਦਾ ਰਸਤਾ ਅਪਣਾਇਆ, ਅਗਲੇ ਨੂੰ ਕਨਵਿੰਸ ਕਰਨ ਦਾ ਰਸਤਾ ਅਪਣਾਇਆ। ਜਿਹਨੂੰ ਤੁਸੀਂ ਤਰਕ ਦੀ ਗੱਲ ਕੀਤੀ ਉਹਨੇ ਤਰਕ ਦਾ ਰਸਤਾ ਅਪਣਾਇਆ। ਆਪਣਾ ਵਿਚਾਰ ਉਹਨੇ ਠੋਸਿਆ ਨਹੀਂ ਕਿਸੇ ਦੇ ਉੱਤੇ, ਨਹੀਂ ਠੋਸਿਆ ਨਹੀਂ, ਉਹਨੇ ਡਿਸਕਸ਼ਨ ਕੀਤੀ। ਔਰ ਜਿਵੇਂ ਤੁਸੀਂ ਆਹ ਇੱਕ ਐਗਜ਼ਾਮਪਲ ਦਿੱਤੀ ਆ ਖੇਤਾਂ ਦੀ, ਉਹਦੇ ਵਿੱਚ ਵੀ ਉਹਨੇ ਇੱਕ ਜਿੱਦਾਂ ਕਹਿ ਲਓ ਆਪਣੇ ਉਸ ਤਰੀਕੇ ਨਾਲ ਉਹਨੂੰ ਕਨਵਿੰਸ ਸਧਾਰਨ ਬੰਦਿਆਂ ਨੂੰ ਕੀਤਾ ਪਵੇ ਜੇ ਪਾਣੀ ਤੁਹਾਡਾ ਸੂਰਜ ਤਾਈਂ ਜਾ ਸਕਦਾ ਤਾਂ ਮੇਰੇ ਤਾਂ ਖੇਤ ਨੇੜੇ ਹੀ ਆ, ਕਰਤਾਰਪੁਰ ਤੱਕ ਵੀ ਜਾ ਸਕਦਾ। ਇੱਕ ਹੁਣ ਆਮ ਬੰਦੇ ਲਈ ਇਹ ਤਰਕ ਸੀ। ਉਹ ਬੰਦਾ ਆਮ ਸੋਚਦਾ ਪਏ ਵੀ ਇਹ ਤਾਂ ਗੱਲ ਠੀਕ ਹੈ, ਇਹ ਤਾਂ ਐਵੇਂ ਫਜ਼ੂਲ ਗੱਲਾਂ ਕਰੀ ਜਾਂਦੇ ਆ, ਸੂਰਜ ਨੂੰ ਪਾਣੀ ਦੇਣ ਦਾ ਕੋਈ ਆਈਡੀਆ ਨਹੀਂ ਹੈ। ਸੋ ਇੱਕ ਤਾਂ ਮੈਂ ਇਹ ਕਹਿਣਾ ਕਹਿੰਦਾ ਇਹ ਬਹੁਤ ਜ਼ਰੂਰੀ ਗੱਲ ਹੈ, ਸਮਝਣ ਵਾਲੀ ਗੱਲ ਵੀ ਉਹਨਾਂ ਨੇ ਆਪਣੀ ਗੱਲ ਲੋਕਾਂ ਤੱਕ ਤਰਕ ਦੇ ਨਾਲ, ਗੋਸ਼ਟੀ ਦੇ ਨਾਲ, ਦਲੀਲ ਦੇ ਨਾਲ ਪਹੁੰਚਾਈ, ਨਾ ਕਿ ਜ਼ਬਰਦਸਤੀ ਕੀਤੀ, ਠੋਸੀ ਨਹੀਂ ਉਹਨੇ ਕਿਸੇ ਬੰਦਿਆਂ ਦੇ ਉੱਪਰ ਆਪਣੀ ਜਿਹੜੀ ਗੱਲ ਸੀ। ਜਦੋਂ ਆਪਾਂ ਗੋਸ਼ਟੀ ਦੀ ਗੱਲ ਕਰਦੇ ਹਾਂ ਜੀ, ਅੱਜ ਦੇ ਦਿਨ ਜਦੋਂ ਅਸੀਂ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਮਨਾ ਰਹੇ ਹਾਂ ਜਾਂ ਮਨਾਉਣ ਵਾਲੇ ਹਾਂ, ਤਾਂ ਗੋਸ਼ਟੀ ਦੀ ਡਿਬੇਟ ਦੀ ਡਿਸਕਸ਼ਨ ਦੀ ਗੱਲ ਆ ਜਿਹੜੀ ਇਹ ਸਖਤ ਸਿੱਖ ਧਰਮ ਦੇ ਵਿੱਚੋਂ ਮੈਨੂੰ ਐਂ ਲੱਗਦਾ ਕਈ ਵਾਰੀ ਅਲੋਪ ਹੋ ਰਹੀ ਹੈ। ਕਈ ਗੱਲਾਂ ਥੋਪੀਆਂ ਜਾ ਰਹੀਆਂ, ਜਿਹੜੀ ਡਿਸਕਸ਼ਨ ਕਰਨ ਤੋਂ ਇਲਾਵਾ ਫੈਸਲੇ ਲਏ ਜਾ ਰਹੇ ਨੇ ਬਿਨਾਂ ਗੋਸ਼ਟੀ ਤੋਂ। ਜਿਹੜੀ ਗੁਰੂ ਨਾਨਕ ਦੇਵ ਜੀ ਦਾ ਬੇਸਿਕ ਸਿਧਾਂਤ ਸੀ, ਇਹਦੇ ਬਾਰੇ ਅੱਜ ਤੁਸੀਂ ਕਿਵੇਂ ਮਹਿਸੂਸ ਕਰਦੇ ਹੋ? ਥਿੰਦ ਸਾਹਿਬ, ਮੈਂ ਅੱਗੇ ਵੀ ਆਪਾਂ ਜਾਂ ਕਈ ਵਾਰ ਕਿਤੇ ਗੱਲ ਹੋਈ ਹੈ, ਮੈਂ ਇੱਕ ਆਰਗੇਨਾਈਜ਼ਡ ਰਿਲੀਜਨ ਦੀ ਕਰਦਾ ਹੁੰਦਾ, ਇੱਕ ਦੂਜੇ ਧਰਮ ਦੀ ਗੱਲ ਕਰਦਾ ਹੁੰਦਾ। ਜਿਹੜੀ ਤੁਸੀਂ ਗੱਲ ਕਹੀ ਆ ਆਰਗੇਨਾਈਜ਼ਡ ਰਿਲੀਜਨ ਜਿਸ ਵੇਲੇ ਹੋ ਜਾਂਦਾ ਤੇ ਉਹ ਫਿਰ ਆਪਣੀਆਂ ਇੱਕ ਸੀਮਾਵਾਂ ਬਣਾ ਲੈਂਦਾ, ਕੱਟਰ ਬਣ ਕੇ ਉਹਦੇ ਵਿੱਚ ਉਹ ਬਣਾ ਲੈਂਦਾ। ਉਹ ਵੀ ਜਿਹੜੇ ਪਹਿਲੇ ਬੰਦਿਆਂ ਨੇ ਜਿਸ ਲਾਈਟ ਦੇ ਵਿੱਚ ਉਹ ਫਲਸਫਾ ਦਿੱਤਾ ਹੈ ਹੁੰਦਾ, ਉਸ ਲਾਈਟ ਦੇ ਵਿੱਚ ਉਹ ਫਲਸਫਾ ਰਹਿ ਨਹੀਂ ਜਾਂਦਾ ਹੈ। ਸੋ ਗੋਸ਼ਟੀ ਦੀ ਗੱਲ ਜਿਹੜੀ ਹੈਗੀ ਆ ਅੱਜ ਅਪਣਾ ਰਹੇ ਆ ਜਾਂ ਨਹੀਂ ਅਪਣਾ ਰਹੇ, ਆਪਾਂ ਨਹੀਂ ਕਿਸੇ ਦਾ ਖੰਡਨ ਕੀ ਕਰਨਾ, ਪਰ ਗੁਰੂ ਸਾਹਿਬ ਨੇ ਗੋਸ਼ਟੀ ਜ਼ਰੂਰ ਕੀਤੀ ਆ। ਜੇ ਨਹੀਂ ਅਪਣਾ ਰਹੇ ਤਾਂ ਮੈਂ ਕਹੂੰਗਾ ਅਪਣਾਓ ਜ਼ਰੂਰ ਉਹਨੂੰ, ਕਿਉਂਕਿ ਬੇਸਿਕ ਸਿਧਾਂਤ ਉਹਨਾਂ ਦਾ ਤਾਂ ਗੋਸ਼ਟੀ ਦਾ ਹੀ ਸੀ, ਦਲੀਲ ਦਾ ਹੀ ਸਿਧਾਂਤ ਸੀ, ਡਿਸਕਸ਼ਨ ਦਾ ਸਿਧਾਂਤ ਸੀ। ਕਿਉਂਕਿ ਤੁਸੀਂ ਦੇਖੋ ਨਾ, ਬੁੱਧ ਪਲੇਸਿਸ ਤੇ ਗਏ, ਉਹਨਾਂ ਨਾਲ ਗੋਸ਼ਟੀਆਂ ਕੀਤੀਆਂ, ਹਿੰਦੂ ਪਲੇਸਿਸ ਤੇ ਗਏ, ਗੋਸ਼ਟੀਆਂ ਹੋਈਆਂ, ਯੋਗੀਆਂ ਨਾਲ ਹੋਈਆਂ, ਇਸਲਾਮ ਦੇ ਨਾਲ ਹੋਈਆਂ। ਸੋ ਗੋਸ਼ਟੀ ਦੇ ਰਾਹੀਂ ਉਹਨੇ ਕੀਤਾ। ਸੋ ਅੱਜ ਦੇ ਸਮੇਂ ਦੇ ਵਿੱਚ ਤਾਂ ਅਨਫੋਰਚੂਨੇਟ ਗੱਲ ਹੈ ਜੇ ਗੋਸ਼ਟੀ ਦਾ ਰਸਤਾ ਛੱਡ ਕੇ ਕੋਈ ਹੋਰ ਰਸਤਾ ਅਪਣਾਇਆ ਜਾਵੇ, ਉਹ ਗੁਰੂ ਸਾਹਿਬ ਦੀ ਸਿੱਖਿਆ ਦੇ ਅਨੁਕੂਲ ਤਾਂ ਹੈ ਨਹੀਂ। ਹੁਣ ਅਸੀਂ ਕੀ ਕੀਤਾ ਜੀ ਕਿ ਗੁਰੂ ਨਾਨਕ ਦੇਵ ਜੀ ਨੂੰ ਅਸੀਂ ਸਿੱਖ ਧਰਮ ਨਾਲ ਬੰਨ੍ਹ ਲਿਆ, ਅਸੀਂ ਆਪਣੇ ਤੱਕ ਸੀਮਤ ਕਰਨਾ ਚਾਹੁੰਦੇ ਹਾਂ। ਬਹੁਤ ਸਾਰੇ ਲੋਕ ਨੇ ਸਾਡੇ 'ਚ ਜਿਹੜੇ ਕਹਿੰਦੇ ਗੁਰੂ ਨਾਨਕ ਸਾਡਾ ਹੈ। ਹਾਂਜੀ, ਪਰ ਮੈਂ ਸਮਝਦਾ ਕਿ ਗੁਰੂ ਨਾਨਕ ਦੇਵ ਜੀ ਮਾਨਵਵਾਦੀ ਸ਼ਖਸੀਅਤ ਸੀ। ਸੰਤ ਸਾਹਿਬ, ਇਹ ਜਿਹੜੀ ਤੁਸੀਂ ਗੱਲ ਕੀਤੀ ਹੈ, ਇਸ ਗੱਲ ਤੋਂ ਪਹਿਲਾਂ ਮੈਂ ਇੱਕ ਥੋੜ੍ਹੀ ਜਿਹੀ ਗੱਲ ਕਹਿਣੀ ਇੱਦਾਂ ਚਾਹੁੰਦਾ ਜੀ ਵੀ ਜਿੱਦਾਂ ਸਾਡੇ ਵਿੱਚ 3 ਮੁੱਖ ਧਾਰਾਵਾਂ ਰਹੀਆਂ ਧਰਮ ਦੇ ਵਿੱਚ। ਪਹਿਲਾ ਇੱਕ ਰਿਹਾ ਸਾਡੇ ਪੇ ਗਿਆਨ ਮਾਰਗ ਰਿਹਾ ਵੀ ਜੇ ਤੁਸੀਂ ਆਪਣੀ ਮੁਕਤ ਚਾਹੁੰਦੇ ਆ ਜਾਂ ਮੁਕਤੀ ਚਾਹੁੰਦੇ ਆ, ਗਿਆਨ ਦੇ ਰਾਹੀਂ ਹੋਣਾ, ਗਿਆਨ ਤੋਂ ਬਿਨਾਂ ਨਹੀਂ ਹੋਣਾ। ਦੂਜਾ ਆਇਆ ਵੀ ਨਹੀਂ ਜੀ ਭਗਤੀ ਮਾਰਗ ਹੈ ਵੀ ਭਗਤੀ ਦੇ ਰਾਹੀਂ ਜਿਹੜੀ ਹੈਗੀ ਆ ਇਹ ਜਾਣੀ ਕਲਿਆਣ ਹੋ ਸਕਦਾ, ਹੋਰ ਕੋਈ ਰਸਤਾ ਨਹੀਂ ਹੈ।
ਤੀਸਰਾ ਰਸਤਾ ਕਰਮ ਮਾਰਗ, ਜਿਹੜਾ ਕ੍ਰਿਸ਼ਨ ਮਹਾਰਾਜ ਨੇ ਦਿੱਤਾ ਆਪਣੇ ਉਹਦੇ ਵਿੱਚ ਗੀਤਾ ਦੇ ਵਿੱਚ, ਕਰਮਯੋਗੀ ਦਾ ਫਲਸਫਾ, ਵੀ ਤੁਸੀਂ ਜਿਹੜਾ ਹੈਗਾ ਕਰਮ ਦੇ ਨਾਲ ਗੱਲ ਬਣਨੀ ਹੈ, ਉੱਦਾਂ ਕੋਈ ਰਸਤਾ ਨਹੀਂ। ਮੈਂ ਜਿਸ ਵੇਲੇ ਗੁਰੂ ਸਾਹਿਬ ਦੇ ਫਲਸਫੇ ਦਾ ਪੜ੍ਹਿਆ ਜਾਂ ਪੜ੍ਹਾਇਆ, ਮੈਨੂੰ ਇੱਦਾਂ ਲੱਗਾ ਵੀ ਇਹ ਉਹਨੇ ਸਿੰਥੇਸਿਸ ਕੀਤਾ ਸਾਰਿਆਂ ਦਾ ਹੀ, ਸਾਰੀਆਂ ਚੀਜ਼ਾਂ ਨੂੰ ਉਹਨੇ ਇਕੱਠਾ ਕਰਕੇ ਮਨੁੱਖਤਾ ਨੂੰ ਦਿੱਤਾ, ਵੀ ਜਿਹਦੇ ਵਿੱਚ ਗਿਆਨ ਦੀ ਅਹਿਮੀਅਤ ਆਪਣੀ ਜਗ੍ਹਾ ਰੱਖੀ, ਉਹਨੇ ਭਗਤੀ ਦੀ ਅਹਿਮੀਅਤ ਆਪਣੀ ਜਗ੍ਹਾ ਰੱਖੀ, ਕਰਮਾਂ ਦੀ ਅਹਿਮੀਅਤ ਆਪਣੀ ਜਗ੍ਹਾ ਰੱਖੀ, ਔਰ ਉਹਦੇ ਵਿੱਚੋਂ ਹੀ ਇਹ ਤਿੰਨਾਂ ਸਿਧਾਂਤਾਂ ਦੇ ਵਿੱਚੋਂ ਹੀ ਹੌਲੀ ਹੌਲੀ ਫਿਰ ਉਹ ਭਗਤੀ ਔਰ ਸ਼ਕਤੀ ਵਾਲਾ ਸਿਧਾਂਤ ਦਾ ਵਿਕਾਸ ਹੋਇਆ ਇਹਦੇ ਵਿੱਚ। ਸੋ ਉਹਨਾਂ ਦੀ ਬਹੁਤ ਵੱਡੀ ਦੇਣ ਆ, ਕਿਉਂਕਿ ਉਹਨੀ ਲਾਈਫ ਦੇ ਜਿਹੜੇ ਸਾਰੇ ਸ਼ੋਭੇ ਸੀਗੇ, ਸਾਰੇ ਹੀ ਪੱਖ ਜਿਹੜੇ ਲਾਈਫ ਦੇ ਉਹਨੇ ਕਵਰ ਕੀਤੇ, ਇੱਕ ਤੇ ਨਹੀਂ ਕੀਤਾ, ਕਿਉਂਕਿ ਇਨਸਾਨ ਦਾ ਵਿਕਾਸ ਜਿਹੜਾ ਅਧੂਰਾ ਰਹਿ ਜਾਂਦਾ ਉਹਨਾਂ ਦੇ ਮੁਤਾਬਕ ਜੇ ਉਹ ਸਿਰਫ ਇੱਕ ਮਾਰਗ ਦੇ ਉੱਤੇ ਉਹ ਉੱਤੇ ਚੱਲਦਾ ਜਾਂ ਉੱਤੇ ਕੇਂਦਰਿਤ ਕਰਦਾ। ਸੋ ਇਹ ਮੈਂ ਸਮਝਦਾ ਉਹਨਾਂ ਦੀ ਵੱਡੀ ਦੇਣ ਆ ਵੀ ਉਹਨੇ ਸਾਰੀ ਮਨੁੱਖਤਾ ਨੂੰ ਉਹਦਾ ਸਿੰਥੇਸਿਸ ਕਰਕੇ ਦਿੱਤਾ। ਹੁਣ ਉਹ ਤੁਹਾਡੀ ਗੱਲ ਆ ਗਈ ਵੀ ਉਹ ਮਾਨਵਵਾਦੀ ਜਿਹੜੇ ਸੀ ਕਿੱਥੇ ਤੱਕ ਸੀ, ਇਹ ਗੱਲ ਥਿੰਨ ਸਾਹਿਬ 100% ਤੁਹਾਡੀ ਗੱਲ ਇਹ ਸਹੀ ਆ ਵੀ ਉਹਨਾਂ ਦਾ ਜਿਹੜਾ ਫਲਸਫਾ ਸੀ ਉਹ ਕਿਸੇ ਖਾਸ ਫਿਰਕੇ, ਖਾਸ ਧਰਮ ਜਾਂ ਕਿਸੇ ਦੇ ਲਈ ਨਹੀਂ ਸੀ, ਸਾਰੀ ਮਨੁੱਖਤਾ ਦੇ ਲਈ ਉਹ ਜਿਹੜਾ ਫਲਸਫਾ ਉਹਦਾ ਚੱਲਿਆ। ਕਿਸੇ ਦਾ ਉਹਨੇ ਇੱਦਾਂ ਨਹੀਂ ਕਿਹਾ ਵੀ ਮੇਰਾ ਇਹਦੇ ਲਈ ਹੈ, ਔਰ ਉਹ ਕਾਫੀ ਹੱਦ ਤੱਕ ਜਿੱਦਾਂ ਕਹ ਲਓ ਉਹਨੂੰ ਅਸੀਂ ਹੁਣ ਤੱਕ ਜੋ ਸਿੱਖ ਧਰਮ ਦੇ ਵਿੱਚ ਕਾਫੀ ਹੱਦ ਤੱਕ ਉਹ ਪ੍ਰਚਲਿਤ ਵੀ ਹੈ। ਜਿਵੇਂ ਮੈਂ ਕਈ ਵਾਰ ਦੇਖਦਾ ਕਿ ਹੁਣ ਸਿੱਖ ਗੁਰਦੁਆਰਿਆਂ ਦੇ ਵਿੱਚ ਕਿਸੇ ਦਾ ਦਾਖਲਾ ਮਮਨੂ ਨਹੀਂ ਹੈ, ਕੋਈ ਵੀ ਆ ਸਕਦਾ, ਪਰ ਕਈ ਐਸੇ ਧਰਮ ਹੈ ਜਿਨ੍ਹਾਂ ਦੇ ਵਿੱਚ ਜੇ ਤੁਸੀਂ ਉਸ ਧਰਮ ਨੂੰ ਨਹੀਂ ਮੰਨਦੇ ਤੁਸੀਂ ਉਹਦੇ ਵਿੱਚ ਨਹੀਂ ਜਾ ਸਕਦੇ। ਜਿੱਦਾਂ ਹੁਣ ਆਪਣੇ ਮੰਦਰਾਂ ਦੇ ਵਿੱਚ ਵੀ ਇਹੀ ਸੀਗਾ, ਆ ਹੁਣ ਥੋੜ੍ਹਾ ਜਿਹਾ ਲਾਅ ਵਗੈਰਾ ਬਣ ਕਰਕੇ ਥੋੜ੍ਹਾ ਜਿਹਾ ਹੋਇਆ, ਨਹੀਂ ਖਾਸ ਜਾਤੀ ਦੇ ਲੋਕਾਂ ਦੇ ਲਈ ਮਨੇ ਸੀ। ਤਾਂ ਜਿੱਥੇ ਤੱਕ ਮੈਨੂੰ ਪਤਾ ਇਸਲਾਮ ਦੇ ਵਿੱਚ ਵੀ ਜਿਹੜਾ ਗੈਰ ਇਸਲਾਮ ਬੰਦਾ, ਗੈਰ ਮੁਸਲਮਾਨ ਹੈ, ਉਹ ਜਾ ਨਹੀਂ ਸਕਦਾ ਮਸਜਿਦ ਦੇ ਵਿੱਚ। ਸੋ ਇੱਦਾਂ ਉਹਨਾਂ ਧਰਮਾਂ ਨੇ ਖਾਸ ਤੌਰ ਤੇ ਬੰਨ੍ਹ ਦਿੱਤਾ। ਇੱਥੋਂ ਇਹ ਨਾ ਲਿਆ ਜਾਵੇ ਵੀ ਮੈਂ ਕਿਸੇ ਦਾ ਖੰਡਨ ਕਰ ਰਿਹਾ, ਜੋ ਇੱਕ ਇਤਿਹਾਸਕ ਸੱਚਾਈ ਹੈ ਉਹ ਮੈਂ ਦੱਸ ਰਿਹਾ, ਪਰ ਸਿੱਖੀਜ਼ਮ ਦੇ ਵਿੱਚ ਇੱਦਾਂ ਦੀ ਕੋਈ ਗੱਲ ਨਹੀਂ। ਉਸ ਸਮੇਂ 500 ਸਾਲ ਪਹਿਲਾਂ ਹੀ ਜਿਸ ਵੇਲੇ ਹਰਮੰਦਰ ਸਾਹਿਬ ਬਣੇ ਤਾਂ ਉਹਦੇ ਚਾਰੇ ਦਰਵਾਜ਼ੇ ਰੱਖ ਦਿੱਤੇ ਵੀ ਸਾਰਿਆਂ ਲਈ ਖੁੱਲ੍ਹੇ ਆ। ਸੋ ਹਿਊਮਨਿਜ਼ਮ ਜਿਹੜਾ ਗੁਰੂ ਨਾਨਕ ਦੇਵ ਜੀ ਦਾ ਸੀਗਾ, ਜਿਹੜਾ ਸੀਗਾ ਇਹ ਜਿੱਦਾਂ ਬਾਅਦ ਦੇ ਵਿੱਚ ਡਿਵੈਲਪ ਹੋਇਆ, ਮਾਨਸ ਕੀ ਜ਼ਾਤ ਸਭੇ ਏਕੇ ਪਹਿਚਾਣ ਉਹ ਜਿਹੜਾ ਹੈਗਾ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚ ਹੀ ਉਹਦੀ ਜਿਹੜੀ ਹੈਗੀ ਆ ਨੀਂਹ ਰੱਖ ਦਿੱਤੀ ਗਈ ਸੀ। ਵੈਸੇ ਜਦੋਂ ਲੋਕ ਇਹ ਗੱਲ ਕਰਦੇ ਨੇ ਇਨਕਲਾਬੀ ਸੀ, ਰੈਵੋਲੂਸ਼ਨਰੀ ਸੀ, ਆਮ ਲੋਕਾਂ ਦੇ ਮਨ 'ਚ ਆਉਂਦਾ ਵੀ ਜਦੋਂ ਅੱਜ ਦੀ ਦੁਨੀਆ 'ਚ ਇਨਕਲਾਬੀ ਉਹਨੂੰ ਸਮਝਿਆ ਜਾਂਦਾ ਜਿਹੜਾ ਹੇਠਲੀ ਉੱਪਰ ਲਿਆਉਂਦਾ। ਹਾਂਜੀ, AK-47 ਦਾ ਨਾਂ, ਬੰਦੂਕ ਦੀ ਗੋਲੀ 'ਚੋਂ ਤਾਕਤ ਦਾ ਨਿਕਲਣਾ। ਪਰ ਉਸ ਜ਼ਮਾਨੇ 'ਚ ਗੁਰੂ ਨਾਨਕ ਦੇਵ ਜੀ ਨੇ ਰਾਜਿਆਂ ਨੂੰ ਰਾਜੇਸ਼ੀ ਮੁਕੱਦਮ ਕੁੱਤੇ ਕਹਿ ਕੇ ਮੇਰਾ ਖਿਆਲ ਹੈ ਬੜੀ ਇਨਕਲਾਬੀ ਗੱਲ ਕੀਤੀ। ਤੁਸੀਂ ਕੀ ਮਹਿਸੂਸ ਕਰਦੇ? ਹਾਥਨ ਸਾਹਿਬ, ਪਹਿਲਾਂ ਆਪਾਂ ਇਹ ਦੇਖ ਲਈਏ ਵੀ ਇਨਕਲਾਬੀ ਕਿਹਨੂੰ ਆ। ਜਿਹੜੀ ਤੁਸੀਂ ਗੱਲ ਕਹੀ ਆ, ਇਨਕਲਾਬੀ ਦਾ ਮਤਲਬ ਇਹੀ ਆ ਵੀ ਉਹ ਸਮਾਜ ਦੇ ਵਿੱਚ ਜਿਹੜੀਆਂ ਬਹੁਤ ਜਲਦੀ ਚੇਂਜਸ ਲਿਆਉਂਦਾ, ਤਬਦੀਲੀਆਂ, ਔਰ ਜਿਹੜੇ ਸਮਾਜ ਦੇ ਬੇਸਿਕ ਪਿੱਲਰ ਆ ਉਹਨਾਂ ਨੂੰ ਉਹ ਤੋੜਦਾ, ਨਾ ਕਿ ਉਹਦੇ ਵਿੱਚ ਕੋਈ ਪੋਚਾ-ਪਾਚੀ ਕਰਦਾ। ਰਿਫਾਰਮਰ ਦਾ ਕੰਮ ਕੀ ਆ ਵੀ ਬੇਸਿਕਲੀ ਸਮਾਜ ਠੀਕ ਆ, ਪਰ ਇਹਦੇ ਵਿੱਚ ਥੋੜੀ ਕੁਤਾਈਆਂ ਆ ਗਈਆਂ, ਇਹਨਾਂ ਨੂੰ ਠੀਕ ਕਰ ਦਿਓ, ਠੀਕ ਹੋ ਜਾਣਾ। ਪਰ ਜਿਹੜਾ ਰੈਵੋਲੂਸ਼ਨਰੀ ਉਹ ਕਹਿੰਦਾ ਨਹੀਂ, ਇਹ ਗਲਤ ਆ, ਜਾਣੀ ਇਹਦੇ ਜਿਹੜੇ ਆ ਇਹ ਗਲਤ ਪਿੱਲਰਾਂ ਦੇ ਉੱਤੇ ਖੜਾ। ਹੁਣ ਗੁਰੂ ਸਾਹਿਬ ਨੇ ਤੁਸੀਂ ਦੇਖੋ ਉਸ ਸਮੇਂ ਦਾ ਜਿਹੜਾ ਸਮਾਜ ਸੀਗਾ ਉਹਦਾ ਇੱਕ ਸਭ ਤੋਂ ਇੰਪੋਰਟੈਂਟ ਪਿੱਲਰ ਜਿਹੜਾ ਸੀ ਉਹ ਕਾਸਟ ਸਿਸਟਮ ਸੀਗਾ। ਗੁਰੂ ਸਾਹਿਬ ਨੇ ਕਾਸਟ ਸਿਸਟਮ ਦੇ ਵਿੱਚ ਕੋਈ ਰਿਫਾਰਮ ਕਰਨ ਦੀ ਕੋਸ਼ਿਸ਼ ਨਹੀਂ ਕੀਤੀ, ਕੰਪਲੀਟਲੀ ਅਬੋਲਿਸ਼। ਦੂਜਾ ਪਿੱਲਰ ਜਿਹੜਾ ਖੜਾ ਸੀ ਉਹ ਸੀਗਾ ਦੇਵੀ ਦੇਵਤਿਆਂ ਦੀ ਪੂਜਾ। ਉਹ ਦੇਵੀ ਦੇਵਤਿਆਂ ਦੀ ਪੂਜਾ ਦੇ ਵਿੱਚ ਉਹਨੇ ਇਹ ਨਹੀਂ ਕਿਹਾ ਵੀ ਤੁਸੀਂ ਵੀ ਆਹ ਪੂਜਾ ਐਂ ਗਲਤ ਕਰਦੇ, ਇਸ ਦੇਵਤੇ ਦੀ ਕਰੋ, ਇਹਦੀ ਨਾ ਕਰੋ। ਕੰਪਲੀਟਲੀ ਦੇਵੀ ਦੇਵਤੇ ਉਹਦੇ ਵਿੱਚੋਂ ਜਿਹੜੇ ਹੈਗੇ ਆ ਉਹ ਕੱਢੇ ਗਏ ਜਿਹੜੇ ਸੀਗੇ। ਸੋ ਹਿੰਦੂਇਜ਼ਮ ਦੇ ਜਿਹੜੇ ਬੇਸਿਕ ਪਿੱਲਰ ਸੇ, ਬਾਕੀ ਵਹਿਮ ਸੇ, ਫੋਕੇ ਵਹਿਮ, ਰਸਮਾਂ ਰੀਤਾਂ, ਚਮਤਕਾਰ, ਜਿਹਨੂੰ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ। ਸੋ ਜਿਹੜਾ ਕਰਾਮਾਤਾਂ ਸੀ ਉਹ ਵੀ ਇੱਕ ਬੇਸਿਕ ਪਿੱਲਰ ਸੀ ਵੀ ਜਦ ਤੱਕ ਤੁਹਾਡਾ ਦੇਵੀ ਦੇਵਤਾ ਜਿਹੜਾ ਹੈ ਉਹ ਕਰਾਮਾਤਾਂ ਹੀ ਨਹੀਂ ਕਰ ਸਕਦਾ ਤਾਂ ਉਹ ਦੇਵਤਾ ਕਾਹਦਾ ਹੋਇਆ। ਸੋ ਸਾਰਿਆਂ ਦੇਵਤਿਆਂ ਦੇ ਨਾਲ ਕਰਾਮਾਤਾਂ ਜੋੜੀਆਂ ਸੀ, ਗੁਰੂ ਸਾਹਿਬ ਨੇ ਕੰਪਲੀਟਲੀ ਅਬੋਲਿਸ਼ ਕੀਤਾ। ਸੋ ਮੇਰਾ ਕਹਿਣ ਤੋਂ ਭਾਵ ਆ ਵੀ ਉਸ ਸਮੇਂ ਦਾ ਸਮਾਜ ਜਿਹੜਿਆਂ ਪਿੱਲਰਸ ਦੇ ਉੱਤੇ ਖੜਾ ਸੀਗਾ ਉਹਨਾਂ ਪਿੱਲਰਸ ਨੂੰ ਕੰਪਲੀਟਲੀ ਤੋੜ ਕੇ ਉਹਦੀ ਜਗ੍ਹਾ ਇੱਕ ਨਵਾਂ ਰਸਤਾ ਜਿਹੜਾ ਸਾਰਾ ਮਾਨਵਵਾਦੀ ਰਸਤਾ ਸੀ, ਜਿਹਦੇ ਵਿੱਚ ਕੋਈ ਵਹਿਮ ਨਹੀਂ ਹੈ, ਜਿਹਦੇ ਵਿੱਚ ਕੋਈ ਕਰਾਮਾਤਾਂ ਨਹੀਂ ਹੈ, ਜਿਹਦੇ ਵਿੱਚ ਕੋਈ ਚਮਤਕਾਰ ਨਹੀਂ ਹੈ। ਇਨਸਾਨ ਦੇ ਲਈ ਇਸ ਧਰਤੀ ਤੇ ਰਹਿੰਦੇ ਹੋਏ ਜਿੱਦਾਂ ਉਹ ਜ਼ਿੰਦਗੀ ਵਸਾਰ ਸਕਦਾ, ਇੱਕ ਉਹ ਪਰਿਵਾਰਕ ਜ਼ਿੰਦਗੀ ਵਸਾਰਨ ਦਾ ਵਿਚਾਰ ਉਹਨੇ ਰਸਤਾ ਦਿੱਤਾ। ਸੋ ਇਸ ਗੱਲ ਤੇ ਤੁਸੀਂ ਮੇਰੇ ਨਾਲ ਮੁਤਫਿਕ ਹੋ ਕਿ ਗੁਰੂ ਨਾਨਕ ਦੇਵ ਜੀ ਸੁਧਾਰਵਾਦੀ ਨਹੀਂ, ਇਨਕਲਾਬੀ ਸ਼ਖਸੀਅਤ ਸੀ? ਹਾਂ, ਮੈਂ ਤੁਹਾਡੇ ਨਾਲ ਮੁਤਫਿਕ ਹਾਂ, ਇਸ ਗੱਲ ਤੇ ਮੈਂ ਤੁਹਾਡਾ ਮੁਤਫਿਕ ਹਾਂ। ਤੇ ਦੂਸਰਾ ਉਹਦੇ ਵਿੱਚ ਦੇਖੋ ਥਿੰਨ ਸਾਹਿਬ, ਮੈਂ ਜਿਹੜੀ ਜ਼ਿਆਦਾ ਇੰਪੋਰਟੈਂਟ ਗੱਲ ਆ ਉਹ ਹੋਇਆ ਵੀ ਇੱਕ ਫਿਰਕੇ ਦੇ ਲਈ ਗੱਲ ਨਾ ਸੀ ਉਹਨਾਂ ਦੀ, ਨਹੀਂ ਉਹ ਮਾਨਵਵਾਦੀ ਸੀ। ਮੈਂ ਦੇਖਦਾ ਜਿਸ ਵੇਲੇ ਉਹਨਾਂ ਦੇ ਲਾਸਟ ਟਾਈਮ ਦੇ ਵਿੱਚ ਇੱਕ ਆਪਣੇ ਉਹਨੇ ਬੁੱਕ ਲਿਖੀ ਆ ਇੰਦੂ ਭੂਸ਼ਣ ਬੈਨਰਜੀ ਨੇ, ਐਵੋਲੂਸ਼ਨ ਆਫ ਖਾਲਸਾ। ਕਈਆਂ ਨੂੰ ਤਾਂ ਉਸ ਬੁੱਕ ਤੇ ਇਤਰਾਜ਼ ਵੀ ਹੈ, ਪਰ ਉਹਦੇ ਵਿੱਚ ਤੁਸੀਂ ਦੇਖੋ ਜਿਸ ਵੇਲੇ ਉਹ ਆਖਰੀ ਟਾਈਮ ਤੇ ਲਿਆਉਂਦੇ ਆ ਨਾ, ਆਖਰੀ ਟਾਈਮ ਤੇ ਉਹ ਇਹ ਕਹਿੰਦੇ ਆ ਵੀ ਜਿਸ ਵੇਲੇ ਗੁਰੂ ਸਾਹਿਬ ਦੇ ਉਹ ਜੋਤੀ ਜੋਤ ਸਮਾ ਗਏ
ਤੇ ਉਸ ਵੇਲੇ ਝਗੜਾ ਹੋ ਗਿਆ ਇਸ ਗੱਲ ਦੇ ਉਹਨਾਂ ਦੇ ਫਾਲੋਅਰ ਦੇ ਵਿੱਚ ਵੀ ਇੱਕ ਕਹਿੰਦੇ ਸੀ ਜੀ ਅਸੀਂ ਇਹਨਾਂ ਨੂੰ ਜਿਹੜੇ ਮੁਸਲਮਾਨ ਸੀ ਉਹ ਕਹਿੰਦੇ ਦਫਨ ਕਰਨਾ, ਦੂਸਰੇ ਕਹਿੰਦੇ ਸੀ ਨਹੀਂ ਜੀ ਅਸੀਂ ਇਹਨਾਂ ਨੂੰ ਜਿਹੜੇ ਹੈਗੇ ਆ ਸੰਸਕਾਰ ਕਰਨਾ ਜਿੱਦਾਂ ਹਿੰਦੂ ਰਸਮਾਂ ਰੀਤਾਂ ਦੇ ਮੁਤਾਬਕ। ਸੋ ਉਹ ਚਲੋ ਬਾਅਦ ਦੇ ਵਿੱਚ ਉਹਨੇ ਇੱਕ ਬਣਾਈ ਪਈ ਜੀ, ਉਹ ਚਾਦਰ ਸੀਗੀ ਉਹਦੇ ਵਿੱਚ ਫਲਾਵਰ ਸੀਗੇ, ਉਹਨੇ ਉਹ ਫਲਾਵਰ ਜਿਹੜੇ ਦਬਾ ਲਏ ਤੇ ਉਹਨੇ ਉਹ ਫਲਾਵਰ ਜਿਹੜੇ ਸੀਗੇ ਆਪਣੇ ਉਹਦਾ ਸੰਸਕਾਰ ਕਰ ਦਿੱਤਾ। ਸੋ ਪਰ ਜਿਹੜੀ ਮੈਂ ਇਹਦੇ ਵਿੱਚੋਂ ਗੱਲ ਕੱਢਣੀ ਚਾਹੁੰਦਾ, ਮੈਂ ਕਹਿੰਦਾ ਵੀ ਦੇਖੋ ਉਸ ਮਹਾਨ ਸ਼ਖਸੀਅਤ ਨੇ ਕਿੱਦਾਂ ਦੀ ਲਾਈਫ ਲਿਵ ਕੀਤੀ ਹੋਊਗੀ, ਕਿੱਦਾਂ ਦੀ ਜ਼ਿੰਦਗੀ ਜੀ ਹੋਊਗੀ ਜਿਹਦੇ ਵਿੱਚ ਉਹ ਦੋਨੋਂ ਹੀ ਜਿਹੜੇ ਹੈਗੇ ਉਹ ਕਹਿ ਰਹੇ ਵੀ ਇਹ ਤਾਂ ਸਾਡਾ ਹੀ ਸੀ। ਸੋ ਹਿੰਦੂ ਭੂਸ਼ਣ ਬੈਨਰ ਜੀ ਨੇ ਉਹ ਐਂਡ 'ਚ ਲਿਖਿਆ ਕਹਿੰਦਾ ਨਾਨਕ ਸ਼ਾਹ ਫਕੀਰ ਹਿੰਦੂ ਕਾ ਗੁਰੂ ਮੁਸਲਮਾਨ ਕਾ ਪੀਰ, ਮਤਲਬ ਦੋਨੋਂ ਮੰਨਦੇ ਸੀਗੇ ਜੀ। ਕੰਸੈਂਸਸ ਬੜੀ ਸੀ ਜੀ। ਕੰਸੈਂਸਸ। ਅਖੀਰ 'ਚ ਸਾਹਿਬ ਕੀ ਕਹਿਣਾ ਚਾਹੁੰਦੇ ਸਾਡੇ ਵੇਖਣ ਤੇ ਸੁਣਨ ਵਾਲਿਆਂ ਨੂੰ? ਸਿੰਘ ਸਾਹਿਬ ਮੈਂ ਤਾਂ ਵੈਸੇ ਉਸ ਮਹਾਨ ਸ਼ਖਸੀਅਤ ਬਾਰੇ ਜੇ ਤੁਸੀਂ ਕਹੋ ਵੀ ਕੋਈ ਤਬਸਰੇ ਵਾਲੀ ਗੱਲ ਤਾਂ ਨਹੀਂ ਹੈ, ਪਰ ਮੈਂ ਇੰਨਾ ਜ਼ਰੂਰ ਕਹਿ ਸਕਦਾ ਵੀ ਗੁਰੂ ਸਾਹਿਬ ਨੂੰ ਸਮਝਣ ਦੇ ਲਈ ਇੱਕ ਤਾਂ ਉਹਨਾਂ ਦੀ ਬਾਣੀ ਸਮਝੋ। ਸਹੀ ਗੁਰੂ ਸਾਹਿਬ ਦੀ ਸ਼ਖਸੀਅਤ ਉਹ ਆ ਜਿਹੜੀ ਉਹਨਾਂ ਦੀ ਬਾਣੀ ਵਿੱਚ ਅੰਕਿਤ ਆ, ਨਾ ਕਿ ਜਿਹੜੀ ਜਨਮ ਸਾਖੀਆਂ ਦੇ ਵਿੱਚ। ਸਾਰੀ ਜਨਮ ਸਾਖੀਆਂ ਦੇ ਵਿੱਚ ਜੇ ਟਕਰਾਅ ਹੋ ਜਾਂਦਾ ਤਾਂ ਫਿਰ ਬਾਣੀ ਨੂੰ ਮੰਨਣ ਵਾਲੀ ਗੱਲ ਹੈ। ਤੇ ਦੂਜੀ ਗੱਲ ਇਹ ਆ ਵੀ ਉਹ ਡਾਊਨ ਟੂ ਅਰਥ ਇਸ ਧਰਤੀ ਦੇ ਬੰਦੇ ਸੇ, ਇਤਿਹਾਸਕ ਬੰਦੇ ਸੇ, ਇਸ ਦੁਨੀਆ ਦੇ ਲੋਕਾਂ ਲਈ ਉਹਨੇ ਆਪਣਾ ਸੰਦੇਸ਼ ਦਿੱਤਾ, ਸਾਰਿਆਂ ਲੋਕਾਂ ਲਈ ਸੰਦੇਸ਼ ਦਿੱਤਾ ਉਹਨੇ। ਉਹਨਾਂ ਦੇ ਵਿੱਚ ਕੋਈ ਚਮਤਕਾਰ ਜਾਂ ਦੂਜੀ ਇਦਾਂ ਦੀ ਉਹਨੇ ਗੱਲ ਨਹੀਂ ਕੀਤੀ ਹੈ। ਉਹਨੇ ਇਹ ਕਿਹਾ ਵੀ ਏਕ ਪਿਤਾ ਏਕ ਉਸਕੇ ਹਮ ਵਾਰਿਸ, ਜਿਹਦਾ ਵਿਕਾਸ ਮਗਰੋਂ ਉਹਦੇ ਵਿੱਚ ਹੀ ਹੋਇਆ, ਮਾਨਸ ਕੀ ਜ਼ਾਤ ਸਭੇ ਏਕ ਕੇ ਪਹਿਚਾਨਵੋ। ਇਸੇ ਕਨਸੈਪਟ ਦੇ ਵਿੱਚ ਉਹਨਾਂ ਦੇ ਜਨਮ ਦਿਨ ਦੇ ਉੱਤੇ ਇਸੇ ਲਾਈਟ ਦੇ ਵਿੱਚ ਉਹਨਾਂ ਦੀ ਬਾਣੀ ਨੂੰ ਔਰ ਉਹਨਾਂ ਦੀ ਸ਼ਖਸੀਅਤ ਨੂੰ ਜਾਣਨਾ ਚਾਹੀਦਾ, ਨਾ ਕਿ ਉਹ ਖਾਸ ਇੱਕ ਫਿਰਕੇ ਦੇ ਬੰਦੇ ਸੇ ਜਿਹੜਾ ਕਿ ਆਪਣੇ ਆਪ ਨੂੰ ਸਿੱਖੀਜ਼ਮ ਕਹਾਉਂਦਾ। ਮੈਂ ਸਮਝਦਾ ਵੀ ਜਿਹੜੀ ਉਹਨਾਂ ਦੀ ਤਰਕ ਦੀ ਗੱਲ ਸੀ, ਤਰਕ ਨਾਲ ਗੱਲ ਕਰਨੀ, ਡਿਬੇਟ ਕਰਨੀ, ਡਿਸਕਸ਼ਨ ਕਰਨੀ, ਉਹ ਅੱਜ ਦੇ ਸਮੇਂ ਦੇ ਵਿੱਚ ਵੀ ਬਹੁਤ ਜ਼ਰੂਰੀ। ਅੱਜ ਦੇ ਸਮੇਂ ਵਿੱਚ ਮੇਰਾ ਖਿਆਲ ਉਹਦੀ ਸਭ ਤੋਂ ਵੱਧ ਜਿਹੜੀ ਲੋੜ ਆ ਜਿਹੜੀਆਂ ਜੋ ਕੁਝ ਹੋ ਰਿਹਾ ਦੁਨੀਆ ਦੇ ਵਿੱਚ ਅੱਜ, ਉਸ ਸਮੇਂ ਦੇ ਜਿਹੜਾ ਉਹਨੇ ਤਰਕ ਤੇ ਗੋਸ਼ਟੀ ਦਾ ਰਸਤਾ ਦਿੱਤਾ ਲੋਕਾਂ ਨੂੰ, ਉਹਦੀ ਅੱਜ ਬੜੀ ਲੋੜ ਆ। ਸਾਰੀਆਂ ਇਕੱਲੇ ਸਿੱਖਾਂ ਨੂੰ ਨਹੀਂ, ਸਾਰੀ ਵਰਲਡ ਦੀ ਜਿਹੜੇ ਪੋਲੀਟੀਸ਼ੀਅਨ ਨੂੰ ਇਸ ਗੱਲ ਦੀ ਲੋੜ ਆ ਕਿ ਉਹ ਰਸਤਾ ਅਪਣਾਓ ਜਿਹੜਾ ਉਹਨੇ 500 ਸਾਲ ਪਹਿਲਾਂ ਮਸਲਿਆਂ ਨੂੰ ਹੱਲ ਕਰਨ ਲਈ ਦਿੱਤਾ ਸੀ, ਤਰਕ ਔਰ ਗੋਸ਼ਟੀ ਦਾ ਰਸਤਾ, ਨਾ ਕਿ ਬੰਬਾਂ ਤੇ ਬੰਦੂਕਾਂ ਦਾ ਰਸਤਾ। ਇਹ ਨਹੀਂ ਹੈ, ਇਹ ਉਹਨਾਂ ਦਾ ਰਸਤਾ ਨਹੀਂ ਹੈ। ਔਰ ਅੱਜ ਜਿਹੜੇ ਲੋਕ ਸੈਮੀਨਾਰ ਕਰਾ ਰਹੇ ਨੇ ਆਧੁਨਿਕ ਯੁੱਗ ਦੇ ਵਿੱਚ, ਮੇਰਾ ਖਿਆਲ ਹੈ ਗੁਰੂ ਨਾਨਕ ਦੇਵ ਜੀ ਨੇ 500 ਸਾਲ ਪਹਿਲਾਂ ਥਾਂ ਥਾਂ ਤੇ ਜਾ ਕੇ ਉਹ ਸੈਮੀਨਾਰ ਕੀਤੇ ਜਿਨ੍ਹਾਂ ਨਾਲ ਲੋਕਾਂ ਨੂੰ ਪਤਾ ਲੱਗ ਸਕੇ। ਥਾਂ ਥਾਂ ਜਾ ਕੇ ਕੀਤੇ। ਦੁਨੀਆ ਦੇ ਤੁਸੀਂ ਲੈ ਕੇ ਬਗਦਾਦ ਔਰ ਮੱਕੇ ਮਦੀਨੇ ਤੋਂ ਲੈ ਕੇ ਲੰਕਾ ਤੱਕ, ਤਾਂ ਉਧਰ ਚਾਈਨਾ ਦੇ ਸਿਨਕਿਆਂਗ ਦੇ ਇਲਾਕੇ ਤੱਕ ਲੈ ਕੇ ਸਾਰੇ ਹੀ ਇਲਾਕੇ ਦੇ ਵਿੱਚ ਜਾ ਕੇ ਉਹਨੇ ਇਹ ਮੈਸੇਜ ਜਿਹੜਾ ਲੋਕਾਂ ਨੂੰ ਦਿੱਤਾ ਵੀ ਜਿਹੜਾ ਹੈਗਾ ਆਹ ਰਸਤਾ ਆ ਮਸਲੇ ਹੱਲ ਕਰਨ ਦਾ, ਆਹ ਰਸਤਾ ਨਹੀਂ ਹੈ। ਸਰ ਥੈਂਕ ਯੂ।